ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤੇ ਬੜੇ ਅਪਰਾਧੀ ਸਾਂ, ਗੁਨਾਹਗਾਰ ਸਾਂ, ਰਾਖੇ ਗੁਰ ਸੰਗਤੀ, ਪਰ ਸਾਨੂੰ ਗੁਰੂ ਸੰਗਤ ਦੇ ਆਸਰੇ ਵਾਹਿਗੁਰੂ ਨੇ ਰੱਖ ਲਿਆ ਹੈ। ਉਪਦੇਸ਼ ਦਿਓ, ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ। ਕੀ ਆਖਿਆ? ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਹਰ ਨਾਮ ਛਡਾਵੈ, ਤੇ ਵਾਹਿਗੁਰੂ ਦਾ ਨਾਮ ਹੀ ਤੁਹਾਨੂੰ ਜਮਾਂ ਤੋਂ ਛਡਾ ਲਵੇਗਾ। ਹੁਣ ਦੇਖ ਲਓ, ਇੱਕ ਪਾਸੇ ਅਰਦਾਸ ਕੀਤੀ ਹੈ ਤੇ ਦੂਜੇ ਪਾਸੇ ਉਹ ਵੀ ਦੱਸ ਦਿੱਤਾ ਬਈ ਗੁਰੂ ਦੀ ਸੰਗਤ ਵਿੱਚ ਆਉਣ ਦੇ ਨਾਲ ਵੱਡੇ ਵੱਡੇ ਪਾਪੀ ਅਪਰਾਧੀ ਵੀ ਬਖਸ਼ੇ ਜਾਂਦੇ ਨੇ, ਗੁਰੂ ਨਾਮ ਦਾ ਉਪਦੇਸ਼ ਦਿੰਦੇ ਨੇ, ਤੇ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਤੇ ਨਾਮ ਹੀ ਉਹਨੂੰ ਜਮਾਂ ਤੋਂ ਛੁਡਾ ਲੈਂਦਾ ਹੈ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲਹਿ ਤਬ ਬਿਸਮ ਹੋਏ ਜਾਏ। ਲਓ ਹੁਣ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਪਹਿਲਾਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ। ਹੁਣ ਅੱਗੇ ਸਤਿਗੁਰੂ ਦੀ ਮਹਿਮਾ ਉਚਾਰਨ ਕਰਨ ਲੱਗੇ ਨੇ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਐ ਮੇਰੇ ਸਤਿਗੁਰੂ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਉਚਾਰਨ ਕਰਾਂ? ਤੇਰੇ ਗੁਣ ਬੇਅੰਤ ਨੇ। ਜਬ ਗੁਰ ਬੋਲਿਆ ਹੈ, ਤੇ ਮਹਾਰਾਜ ਜਦੋਂ ਅਸੀਂ ਆਪਣੇ ਮੂੰਹੋਂ ਆਪ ਜੀ ਦਾ ਨਾਮ ਉਚਾਰਨ ਕਰਦੇ ਹਾਂ, ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਲੈਂਦੇ ਹਾਂ, ਤਾਂ ਬਿਸਮ ਹੋਏ ਜਾਏ। ਉਸ ਵੇਲੇ ਸਾਡਾ ਮਨ ਬਹੁਤ ਵਿਸਮਾਦ ਰਸਤੇ ਵਿੱਚ ਚਲਿਆ ਜਾਂਦਾ ਹੈ, ਬਹੁਤ ਹੈਰਾਨ ਹੋ ਜਾਂਦਾ ਹੈ, ਕਿਉਂਕਿ ਸਤਿਗੁਰੂ ਦੀ ਮਹਿਮਾ ਬਹੁਤ ਵੱਡੀ ਹੈ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਇਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿੰਨੀ ਨਿਮਰਤਾ ਹੈ। ਹਜ਼ੂਰ ਕਹਿੰਦੇ ਸਾਡੇ ਵਰਗੇ ਅਪਰਾਧੀਆਂ ਨੂੰ ਕੋਈ ਹੋਰ ਵੀ ਰੱਖ ਸਕਦਾ ਸੀ? ਨਹੀਂ, ਹੋਰ ਕੋਈ ਵੀ ਨਹੀਂ ਸੀ ਰੱਖ ਸਕਦਾ। ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਜਿਵੇਂ ਧੰਨ ਸ਼੍ਰੀ ਗੁਰੂ ਰਾਮਦਾਸ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਸਾਨੂੰ ਆਪਣੀ ਸ਼ਰਨ ਵਿੱਚ ਰੱਖਿਆ ਹੈ, ਵਿਕਾਰਾਂ ਤੋਂ, ਪਾਪਾਂ ਤੋਂ, ਮਾੜੇ ਕਰਮਾਂ ਤੋਂ ਛੁਡਾਇਆ ਹੈ, ਤੇ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਹੋਰ ਕੋਈ ਵੀ ਨਹੀਂ ਸੀ ਰੱਖ ਸਕਦਾ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸਤਿਗੁਰੂ ਜੀ, ਤੁਸੀਂ ਹੀ ਸਾਡੇ ਧਰਮ ਪਿਤਾ ਹੋ, ਤੁਸੀਂ ਹੀ ਸਾਡੇ ਮਾਤਾ ਰੂਪ ਹੋ। ਤੂੰ ਗੁਰ ਬੰਧਪ ਹੈ ਵਾਹਿਗੁਰੂ ਜੀ, ਤੁਸੀਂ ਹੀ ਮੇਰੇ ਸੰਬੰਧੀ ਹੋ, ਰਿਸ਼ਤੇਦਾਰ ਹੋ, ਤੇ ਮੇਰਾ ਸਖਾ ਸਖਾਏ। ਮਹਾਰਾਜ ਤੁਸੀਂ ਸਾਡੇ ਸਕੇ ਭਰਾ ਤੇ ਸਹੋਦਰੇ ਅਤੇ ਮਿੱਤਰ ਪਿਆਰੇ ਵੀ ਸਾਡੇ ਤੁਸੀਂ ਹੋ, ਭਾਵ ਅਸੀਂ ਤੁਹਾਨੂੰ ਹੀ ਆਪਣੇ ਮਾਤਾ ਪਿਤਾ ਸਮਝਿਆ ਤੇ ਤੁਸੀਂ ਹੀ ਸਾਡੇ ਰਿਸ਼ਤੇਦਾਰ ਹੋ, ਤੁਸੀਂ ਹੀ ਸਾਡੇ ਮਿੱਤਰ ਦੋਸਤ ਸਖੇ ਪਿਆਰੇ ਹੋ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੁਰੂ ਦੇ ਸ਼ੁਕਰਾਨੇ ਵਜੋਂ ਜੋ ਪਵਿੱਤਰ ਅਗਲੀਆਂ ਪੰਕਤੀਆਂ ਉਚਾਰਨ ਕੀਤੀਆਂ ਨੇ, ਇਹ ਮਾਨੋ ਨਿਰਮਾਣਤਾ ਦੀ ਸਿਖਰ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਐ ਮੇਰੇ ਸਤਿਗੁਰਾ, ਜੋ ਸਾਡੀ ਹਾਲਤ ਹੋ ਰਹੀ ਸੀ, ਜੋ ਅਵਸਥਾ ਦੇ ਵਿੱਚ ਅਸੀਂ ਵਿਚਰ ਰਹੇ ਸਾਂ, ਸਾਬਿਤ ਤੁਮ ਹਰ ਜਾਣੋ ਆਪੇ, ਉਸ ਹਾਲਤ ਨੂੰ ਹੇ ਸਤਿਗੁਰੂ ਤੁਸੀਂ ਆਪ ਹੀ ਜਾਣਦੇ ਹੋ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਬਾਲ ਅਵਸਥਾ ਦੇ ਵਿੱਚ ਹੀ ਮਾਤਾ ਪਿਤਾ ਦੇ ਸਾਏ ਤੋਂ ਵਿਹੂਣੇ ਹੋ ਗਏ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਨਕੇ ਸਨ ਬਾਸਰਕੇ ਪਿੰਡ, ਤੇ ਬਾਸਰਕੇ ਪਿੰਡ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਆਮ ਹੀ ਆਉਣਾ ਜਾਣਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਪਣਾ ਨਗਰ ਵੀ ਸੀ, ਇਸ ਲਈ ਇਸ ਪਿੰਡ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਹਮੇਸ਼ਾ ਲਈ ਆਉਂਦੇ ਜਾਂਦੇ ਸਨ। ਤੇ ਇੱਕ ਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਸਰਕੇ ਪਿੰਡ ਵਿੱਚ ਆਏ। ਜਿਹੜੇ ਕੁਛ ਪਿੰਡ ਵਾਲੇ ਪਤਵੰਤੇ ਸੱਜਣ ਸਨ, ਉਹਨਾਂ ਨੇ ਉਸ ਬਾਲ ਸਰੂਪ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਰੱਖਿਆ ਹੋਇਆ ਸੀ ਘਰਦਿਆਂ ਨੇ,
ਉਹ ਭਾਈ ਜੇਠੇ ਨੂੰ ਛੋਟੀ ਉਮਰ ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਲੈ ਆਏ ਤੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਇਹ ਬੱਚਾ ਯਤੀਮ ਹੈ, ਬੇਸਹਾਰਾ ਹੈ, ਇਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਨੇ ਤੇ ਤੁਸੀਂ ਕਿਰਪਾ ਕਰੋ ਇਹਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਆਲੂ ਕਿਰਪਾਲੂ ਪਿਤਾ ਵਾਂਗ ਤੇ ਉਸ ਬਾਲ ਰੂਪ ਭਾਈ ਜੇਠੇ ਦੀ ਬਾਂਹ ਫੜੀ ਤੇ ਕਹਿਣ ਲੱਗੇ, ਅੱਛਾ ਅੱਜ ਤੋਂ ਬਾਅਦ ਇਹ ਸਾਡੇ ਹੋਏ, ਹੁਣ ਅਸੀਂ ਹਮੇਸ਼ਾ ਲਈ ਇਹਨਾਂ ਨੂੰ ਮਾਤਾ ਪਿਤਾ ਦਾ ਪਿਆਰ ਦੇਵਾਂਗੇ, ਇਹਨਾਂ ਦੀਆਂ ਸਭ ਲੋੜਾਂ ਵੀ ਪੂਰੀਆਂ ਕਰਾਂਗੇ, ਇਹਨਾਂ ਦੀ ਆਤਮਿਕ ਭੁੱਖ ਵੀ ਅਸੀਂ ਪੂਰੀ ਕਰਾਂਗੇ। ਤੇ ਹੁਣ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਦੀ ਸ਼ਰਧਾ ਭਾਵਨਾ ਸੇਵਾ ਸਿਮਰਨ ਅਤੇ ਗੁਰੂ ਦਾ ਪਿਆਰ ਤੱਕਿਆ ਤੇ ਫਿਰ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਵੀ ਇਹਨਾਂ ਦੇ ਨਾਲ ਹੀ ਕਰ ਦਿੱਤਾ। ਏਡਾ ਵੱਡਾ ਕੌਣ ਪਰਉਪਕਾਰ ਕਰ ਸਕਦਾ ਹੈ? ਇਹ ਕਿਸੇ ਯਤੀਮ ਬਾਲਕ ਨੂੰ ਆਪਣੀ ਸਪੁੱਤਰੀ ਦਾ ਰਿਸ਼ਤਾ ਵੀ ਕਰ ਦੇਵੇ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਮਹਾਨ ਪਰਉਪਕਾਰ ਸੀ, ਜਿਸ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਆਪ ਹੀ ਉਹ ਸ਼ੁਕਰਾਨਾ ਨਿਕਲ ਰਿਹਾ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬੇ ਤੁਮ ਹਰ ਜਾਣੋ ਆਪੇ। ਐ ਮੇਰੇ ਸਤਿਗੁਰਾ, ਜੋ ਸਾਡੀ ਹਾਲਤ ਸੀ, ਅਸੀਂ ਬੇਸਹਾਰਾ ਜੀਵਨ ਬਤੀਤ ਕਰ ਰਹੇ ਸਾਂ, ਯਤੀਮਾਂ ਵਾਂਗ ਇੱਧਰ ਉੱਧਰ ਭਟਕਦੇ ਸਾਂ, ਉਸ ਹਾਲਤ ਨੂੰ ਤੁਸੀਂ ਮਹਾਰਾਜ ਅੱਛੀ ਤਰ੍ਹਾਂ ਜਾਣਦੇ ਹੋ। ਹਮ ਰੁਲਤੇ ਫਿਰਤੇ, ਹਜ਼ੂਰ ਅੱਗੇ ਫਰਮਾਉਂਦੇ ਨੇ ਕਿ ਅਸੀਂ ਰੁਲਦੇ ਫਿਰਦੇ ਸਾਂ, ਕਿਉਂਕਿ ਜਦੋਂ ਮਾਤਾ ਪਿਤਾ ਤੋਂ ਬਿਨਾਂ ਕੋਈ ਬੱਚਾ ਹੋ ਜਾਂਦਾ ਯਤੀਮ ਤੇ ਫਿਰ ਉਹਦੀ ਹਾਲਤ ਤਰਸਯੋਗ ਬਣ ਜਾਂਦੀ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਉਹ ਭਾਣਾ ਵਾਪਰਿਆ ਸੀ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਹਜ਼ੂਰ ਫਰਮਾਉਂਦੇ ਨੇ, ਅਸੀਂ ਵੀ ਰੁਲਦੇ ਫਿਰਦੇ ਸਾਂ, ਯਤੀਮ ਸਾਂ, ਬੇਸਹਾਰਾ ਸਾਂ, ਸਾਡੇ ਕੋਈ ਬਾਤ ਨਹੀਂ ਸੀ ਪੁੱਛਦਾ, ਕੋਈ ਗੱਲ ਨਹੀਂ ਸੀ ਪੁੱਛਦਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਪੂਜਨੀਕ ਸਤਿਗੁਰੂ ਮਹਾਰਾਜ ਦੀ ਸੰਗਤ ਕਰਕੇ ਤੇ ਅਸੀਂ ਵੀ ਕੀੜੇ ਉੱਚ ਪਦਵੀ ਤੇ ਸਥਾਪਨ ਹੋ ਗਏ ਹਾਂ। ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਹ ਮਾਣ ਪ੍ਰਾਪਤ ਕੀਤਾ ਹੈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਧੰਨ ਹੈ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਨਾਨਕ, ਜੋ ਸਾਡੇ ਸਤਿਗੁਰੂ ਨੇ। ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ, ਜਿਸ ਦੇ ਨਾਲ ਮਿਲਣ ਕਰਕੇ ਸਾਡੇ ਸਾਰੇ ਸੋਗ ਸੰਤਾਪ ਚੁੱਕੇ ਗਏ ਨੇ। ਜਿਹੜੇ ਮਾਤਾ ਪਿਤਾ ਦੇ ਵਿਛੋੜੇ ਦਾ ਸੋਗ ਸੀ ਤੇ ਉਹਦੇ ਨਾਲ ਮਨ ਦੇ ਵਿੱਚ ਝੋਰਾ ਸੀ, ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਮਾਤਾ ਪਿਤਾ ਨਾਲੋਂ ਵੀ ਵੱਧ ਪਿਆਰ ਤੇ ਮਾਣ ਸਾਨੂੰ ਪ੍ਰਾਪਤ ਹੋ ਗਿਆ ਹੈ। ਇਸ ਲਈ ਧੰਨ ਹੈ ਸਤਿਗੁਰੂ ਸਾਡਾ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਨਾਲ ਮਿਲਣ ਕਰਕੇ ਸਾਡੇ ਸਾਰੇ ਸੋਗ ਸੰਤਾਪ ਚੁੱਕੇ ਗਏ ਹਨ। ਗੌੜੀ ਬੈਰਾਗਣ ਮਹੱਲਾ ਚੌਥਾ, ਕੰਚਨ ਨਾਰੀ ਮਹਿ ਜਿਉ ਲੁਭਤ ਹੈ, ਮੋਹ ਮੀਠਾ ਮਾਇਆ। ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਔਗਣਾਂ ਨੂੰ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਾਨੂੰ ਕੋਈ ਵੀ ਪਾਪ ਕੋਈ ਅਪਰਾਧ ਲੁਕਾਉਣਾ ਨਹੀਂ ਚਾਹੀਦਾ। ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਫ਼ ਦੱਸੋ, ਅਰਦਾਸ ਕਰੋ, ਬੇਨਤੀ ਕਰੋ ਤੇ ਵਾਹਿਗੁਰੂ ਪਰਮੇਸ਼ਰ ਬਖਸ਼ ਦੇਵੇਗਾ। ਅਰਦਾਸ ਬੇਨਤੀ ਕਿਵੇਂ ਕਰਨੀ ਹੈ? ਹਜ਼ੂਰ ਅੱਗੇ ਫਰਮਾਉਂਦੇ ਨੇ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਰਹਾਓ, ਇਸ ਢੰਗ ਦੇ ਨਾਲ ਅਰਦਾਸ ਬੇਨਤੀ ਕਰੋ, ਐ ਮੇਰੇ ਵਾਹਿਗੁਰੂ ਸਾਡੇ ਤਾਂ ਇਹ ਨੀਚ ਕਰਮ ਨੇ, ਐ ਮੇਰੇ ਪ੍ਰਭੂ ਜੀ ਸਾਡੇ ਤੇ ਬਹੁਤ ਨੀਵੇਂ ਕਰਮ ਨੇ, ਨਖਿੱਧ ਕਰਮ ਨੇ। ਗੁਣਵੰਤਾ ਹਰ ਹਰ ਦਇਆਲ, ਤੁਸੀਂ ਮਹਾਰਾਜ ਗੁਣਾਂ ਵਾਲੇ ਹੋ, ਗੁਣਾਂ ਦੇ ਭੰਡਾਰ ਹੋ ਤੇ ਗੁਣਾਂ ਦੇ ਦਾਤਾਰ ਵੀ ਹੋ ਤੇ ਦਿਆਲੂ ਕਿਰਪਾਲੂ ਪਿਤਾ ਸਮਾਨ ਹੋ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਮਹਾਰਾਜ ਤੁਸੀਂ ਕਿਰਪਾ ਕਰਕੇ ਸਾਡੇ ਸਾਰੇ ਹੀ ਔਗੁਣ ਬਖਸ਼ ਦਿਓ,
ਕਿਉਂਕਿ ਸਾਡੇ ਤਾਂ ਬੜੇ ਮਾੜੇ ਕੰਮ ਨੇ। ਅਸੀਂ ਕੋਈ ਭਲਾ ਕੰਮ ਤੇ ਕਰਦੇ ਹੀ ਨਹੀਂ। ਅਸੀਂ ਖਤੇ ਬਹੁਤ ਕਮਾਉਂਦੇ, ਕਿਛ ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈਹੋ, ਹਮ ਪਾਪੀ ਵਡ ਗੁਨਹਗਾਰ। ਇਉਂ ਆਪਣੇ ਗੁਨਾਹਾਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵੇਦਨ ਕਰੋ ਤੇ ਮਹਾਰਾਜ ਤੁਸੀਂ ਕਿਰਪਾ ਕਰੋ, ਦਿਆਲੂ ਕਿਰਪਾਲੂ ਪਿਤਾ ਹੋ, ਸਾਡੇ ਸਾਰੇ ਔਗੁਣਾਂ ਨੂੰ ਬਖਸ਼ ਦਿਓ। ਇਉਂ ਅਰਦਾਸ ਬੇਨਤੀ ਕਰਨੀ ਹੈ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਕੰਚਨ ਨਾਰੀ ਮੈਂ ਜੀਉ ਲੁਭਤ ਹੈ। ਇਹ ਆਪਣੇ ਨੀਚ ਕਰਮਾਂ ਦਾ ਜ਼ਿਕਰ ਹੈ। ਹੇ ਵਾਹਿਗੁਰੂ ਜੀ, ਕੰਚਨ ਦਾ ਅਰਥ ਹੈ ਸੋਨਾ ਤੇ ਨਾਰੀ ਦਾ ਅਰਥ ਹੈ ਇਸਤਰੀ। ਇਸ ਨੂੰ ਜੜ ਚੇਤਨ ਮਾਇਆ ਦਾ ਵੀ ਨਾਮ ਦਿੱਤਾ ਗਿਆ ਹੈ। ਕਨਕ ਤੇ ਕਾਮਨੀ, ਕੰਚਨ ਕਨਕ ਤੇ ਨਾਰੀ ਕਾਮਨੀ, ਇਹ ਦੋ ਚੀਜ਼ਾਂ ਨੇ ਜਿਹਨੂੰ ਜੜ ਚੇਤਨ ਮਾਇਆ ਆਖਿਆ ਹੈ। ਕੰਚਨ ਨਾਰੀ ਮੈਂ ਜੀਉ ਲੁਭਤ ਹੈ। ਮਹਾਰਾਜ, ਇਹ ਜਿਹੜੀ ਜੜ ਚੇਤਨ ਮਾਇਆ ਹੈ, ਇਹਦੇ ਵਿੱਚ ਮੇਰਾ ਜਿਹੜਾ ਜੀਉ ਮਨ ਹੈ ਲੁਭਾਏ ਮਾਨ ਹੋ ਰਿਹਾ ਹੈ। ਮੋਹ ਮਿੱਠਾ ਮਾਇਆ, ਤੇ ਮਾਇਆ ਦਾ ਮੋਹ ਮੈਨੂੰ ਬਹੁਤ ਮਿੱਠਾ ਲੱਗ ਰਿਹਾ ਹੈ। ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ। ਮੈਨੂੰ ਆਪਣੇ ਘਰਾਂ ਦੀ ਤੇ ਮੰਦਰਾਂ ਦੀ ਬੜੀ ਖੁਸ਼ੀ ਹੈ ਤੇ ਮੈਨੂੰ ਘੋੜਿਆਂ ਤੇ ਚੜ੍ਹਨ ਦਾ ਬੜਾ ਸ਼ੌਕ ਹੈ। ਮੈਂ ਆਪਣੇ ਮਨ ਨੂੰ ਨਾਮ ਦੇ ਰਸ ਵਿੱਚ ਨਹੀਂ, ਸਿਮਰਨ ਦੇ ਰਸ ਵਿੱਚ ਨਹੀਂ, ਮਨ ਅਨਰਸ ਲਾਇਆ ਤੇ ਮੈਂ ਆਪਣੇ ਮਨ ਨੂੰ ਹੋਰ ਰਸਾਂ ਕਸਾਂ ਦੇ ਵਿੱਚ ਹੀ ਲਾਇਆ ਹੋਇਆ ਹੈ। ਹਰ ਪ੍ਰਭ ਚਿਤ ਨਾ ਆਵੇ, ਕਿਉਂ ਛੂਟਾ ਮੇਰੇ ਹਰ ਰਾਇਆ। ਤੇ ਵਾਹਿਗੁਰੂ ਜੀ, ਤੁਸੀਂ ਤਾਂ ਦਿਆਲੂ ਕਿਰਪਾਲੂ ਪਿਤਾ ਸਮਾਨ ਹੋ ਤੇ ਹੁਣ ਅਸੀਂ ਰਸਾਂ ਕਸਾਂ ਦੇ ਵਿੱਚ ਲੱਗ ਕੇ ਤੁਹਾਨੂੰ ਭੁੱਲ ਚੁੱਕੇ ਹਾਂ। ਹਰ ਪ੍ਰਭ ਚਿਤ ਨਾ ਆਵੇ, ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਕਦੇ ਚੇਤੇ ਹੀ ਨਹੀਂ ਆਉਂਦਾ। ਐਸੇ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਭੁੱਲ ਗਏ ਹਾਂ, ਸਾਨੂੰ ਕਦੇ ਭੁੱਲਿਆ ਨੂੰ ਰੱਬ ਚੇਤੇ ਹੀ ਨਹੀਂ ਆਉਂਦਾ। ਕਿਉਂ ਛੂਟਾਂ ਮੇਰੇ ਹਰ ਰਾਇਆ। ਐ ਮੇਰੇ ਪਾਤਸ਼ਾਹ ਵਾਹਿਗੁਰੂ, ਹੁਣ ਦੱਸੋ ਮੈਂ ਕਿਵੇਂ ਛੁੱਟ ਸਕਦਾ ਹਾਂ? ਮੈਂ ਕਿਸੇ ਤਰ੍ਹਾਂ ਵੀ ਛੁੱਟ ਨਹੀਂ ਸਕਦਾ। ਮੇਰੇ RAM ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਰਹਾ। ਇਸ ਢੰਗ ਦੇ ਨਾਲ ਅਰਦਾਸ ਬੇਨਤੀ ਕਰਨੀ ਆਪਣੇ ਔਗੁਣਾਂ ਨੂੰ ਬਖਸ਼ਾਉਣ ਦੀ ਖਾਤਰ। ਹੈ ਵਾਹਿਗੁਰੂ ਜੀ, ਐ ਮੇਰੇ ਪ੍ਰਭੂ ਜੀ, ਇਹੋ ਜਿਹੇ ਮੇਰੇ ਨੀਚ ਕਰਮ ਨੇ। ਤੁਸੀਂ ਗੁਣਾਂ ਵਾਲੇ ਹੋ, ਗੁਣਾਂ ਦੇ ਭੰਡਾਰ ਹੋ, ਗੁਣਾਂ ਦੇ ਦਾਤਾਰ ਹੋ, ਦਿਆਲੂ ਕਿਰਪਾਲੂ ਪਿਤਾ ਹੋ। ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਹੇ ਦਿਆਲੂ ਕਿਰਪਾਲੂ ਪਿਤਾ ਵਾਹਿਗੁਰੂ ਜੀ, ਤੁਸੀਂ ਮੇਰੇ ਸਾਰੇ ਹੀ ਔਗੁਣਾਂ ਨੂੰ ਬਖਸ਼ ਦਿਓ। ਇਉਂ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਜਦੋਂ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਕਿਸੇ ਗੱਲ ਦਾ ਵੀ ਮਾਣ ਨਹੀਂ ਕਰਨਾ। ਨਿਮਾਣੇ ਤੇ ਨਤਾਣੇ ਹੋ ਕੇ ਬੇਨਤੀਆਂ ਕਰਨੀਆਂ ਨੇ। ਕਿਛ ਰੂਪ ਨਹੀਂ, ਮਹਾਰਾਜ ਮੇਰਾ ਤੇ ਰੂਪ ਵੀ ਸੁੰਦਰ ਨਹੀਂ ਹੈ। ਕਿਛ ਜਾਤ ਨਾਹੀਂ, ਮੇਰੀ ਜਾਤ ਬਰਾਦਰੀ ਵੀ ਅੱਛੀ ਨਹੀਂ ਹੈ। ਕਿਛ ਢੰਗ ਨਾ ਮੇਰਾ, ਮੇਰੇ ਜੀਵਨ ਦਾ ਰੰਗ ਢੰਗ ਰਹਿਣੀ ਬਹਿਣੀ ਵੀ ਕੋਈ ਅੱਛੀ ਨਹੀਂ ਹੈ। ਕਿਆ ਮੋਹ ਲੈ ਬੋਲ ਹੈ ਗੁਣ ਵਿਹੂਨ, ਨਾਮ ਜਪਿਆ ਨਾ ਤੇਰਾ। ਹੇ ਵਾਹਿਗੁਰੂ ਜੀ, ਮੈਂ ਤੇ ਗੁਣਾਂ ਤੋਂ ਵੀ ਹੋਣਾ ਹੀ ਹਾਂ, ਗੁਣਾਂ ਤੋਂ ਸਖਣਾ ਹੀ ਹਾਂ। ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਬੋਲਾਂ, ਕੋਈ ਗੱਲ ਕਰਾਂ। ਨਾਮ ਜਪਿਆ ਨਾ ਤੇਰਾ, ਮੈਂ ਕਦੀ ਤੇਰਾ ਨਾਮ ਵੀ ਨਹੀਂ ਜਪਿਆ। ਕਿਉਂਕਿ ਮਨੁੱਖ ਦਾ ਫਰਜ਼ ਹੈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਮਹਾਨ ਪਰਉਪਕਾਰ ਕੀਤੇ ਨੇ, ਉਹਦਾ ਨਾਮ ਜਪੇ, ਉਹਦਾ ਸ਼ੁਕਰਾਨਾ ਕਰੇ। ਪਰ ਨਹੀਂ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਾ ਨਹੀਂ ਮਰਨ ਵਿਚਾਰਾ। ਸਾਨੂੰ ਰੱਬ ਦੀਆਂ ਦਿੱਤੀਆਂ ਦਾਤਾਂ ਨਾਲ ਮੋਹ ਪੈ ਗਿਆ ਤੇ ਦਾਤੇ ਦਾ ਸ਼ੁਕਰਾਨਾ ਕਰਨਾ ਵੀ ਭੁੱਲ ਗਏ। ਇਸੇ ਲਈ ਸਤਿਗੁਰੂ ਕਹਿੰਦੇ ਹੁਣ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਅਸੀਂ ਤੇ ਗੁਣਾਂ ਤੋਂ ਵੀ ਹੋਣੇ ਹਾਂ। ਤੁਹਾਡੇ ਸਾਹਮਣੇ ਕੀ ਮੂੰਹ ਲੈ ਕੇ ਬੋਲ ਸਕਦੇ ਹਾਂ, ਕੋਈ ਗੱਲ ਕਰ ਸਕਦੇ ਹਾਂ? ਨਹੀਂ ਕਰ ਸਕਦੇ, ਕਿਉਂਕਿ ਅਸਾਂ ਤੇ ਤੇਰਾ ਕਦੀ ਨਾਮ ਵੀ ਨਹੀਂ ਜਪਿਆ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤਿਗੁਰ ਕੇਰਾ। ਅਸੀਂ ਤੇ ਬੜੇ ਵੱਡੇ ਪਾਪੀ ਸਾਂ, ਪਰ ਗੁਰੂ ਦੀ ਸੰਗਤ ਕਰਕੇ ਬਚੇ ਹਾਂ। ਪੁੰਨ ਸਤਿਗੁਰ ਕੇਰਾ, ਇਹ ਸਤਿਗੁਰੂ ਦਾ ਬਹੁਤ ਵੱਡਾ ਪੁੰਨ ਦਾ ਅਰਥ ਇਹ ਇੱਕ ਪਰਉਪਕਾਰ ਹੈ। ਪੁੰਨ ਦਾ ਅਰਥ ਇੱਥੇ ਪਰਉਪਕਾਰ ਸਮਝਣਾ। ਇਹ ਸਤਿਗੁਰੂ ਦਾ ਬਹੁਤ ਵੱਡਾ ਪਰਉਪਕਾਰ ਹੈ। ਇਹ ਇੱਕ ਮਹਾਨ ਪਵਿੱਤਰ ਆਦਰਸ਼ ਹੈ।
ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਏ ਤੇ ਵਾਹਿਗੁਰੂ ਨੇ ਸਾਡੇ ਸਾਰੇ ਗੁਨਾਹ ਮੁਆਫ ਕਰ ਦਿੱਤੇ। ਸਭ ਜੀਉ ਪਿੰਡ ਮੁਖ ਨਕ ਦੀਆ ਵਰਤਣ ਕੋ ਪਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਨੇ। ਉਸ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ, ਜੀਉ ਦਾ ਅਰਥ ਹੈ ਜਿੰਦ ਜਾਨ ਦਿੱਤੀ ਹੈ, ਪਿੰਡ ਸਰੀਰ ਦਿੱਤਾ ਹੈ ਤੇ ਮੁਖ ਵੀ ਦਿੱਤਾ ਹੈ ਤੇ ਨੱਕ ਵੀ ਦਿੱਤਾ ਸਵਾਸ ਲੈਣ ਦੇ ਵਾਸਤੇ। ਵਰਤਨ ਕੋ ਪਾਣੀ, ਤੇ ਪਾਣੀ ਵੀ ਵਾਹਿਗੁਰੂ ਦੀ ਅਮੋਲਕ ਦਾਤ ਹੈ, ਇਹ ਵੀ ਵਰਤਨ ਵਾਸਤੇ ਸਾਨੂੰ ਦਿੱਤੀ ਹੈ। ਕਿ ਸਾਡੇ ਸਰੀਰ ਨੂੰ ਵੇਖ ਲਓ, ਪਾਣੀ ਦੀ ਬੜੀ ਲੋੜ ਹੁੰਦੀ। ਹਾਲੇ ਆਦਮੀ ਰੋਟੀ ਤੋਂ ਬਿਨਾਂ ਤੇ ਸਾਰ ਸਕਦਾ ਹੈ, ਕੁਝ ਸਮਾਂ ਲੰਘਾ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਤੇ ਇੱਕ ਦਿਨ ਵੀ ਨਹੀਂ ਲੰਘਦਾ। ਇਹ ਅਮੋਲਕ ਦਾਤ ਹੈ, ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਵਰਤਣ ਵਾਸਤੇ ਦਿੱਤੀ ਹੈ। ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ। ਹੋਰ ਵਾਹਿਗੁਰੂ ਨੇ ਕੀ ਕੀ ਪਰਉਪਕਾਰ ਕੀਤੇ ਨੇ। ਅੰਨ ਖਾਣਾ, ਸਾਨੂੰ ਅੰਨ ਖਾਣ ਵਾਸਤੇ ਦਿੱਤਾ ਹੈ। ਆ ਕਿੰਨੇ ਪ੍ਰਕਾਰ ਦੇ ਅੰਨ ਨੇ, ਭੋਜਨ ਨੇ ਜਿਹੜੇ ਅਸੀਂ ਛਕਦੇ ਹਾਂ। ਜੇ ਪ੍ਰਸਾਦ ਸਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰਖ ਮਨ ਮਾਹੇ। ਜਿਸ ਵਾਹਿਗੁਰੂ ਨੇ ਸਾਨੂੰ ਖਾਣ ਵਾਸਤੇ ਅਨੇਕਾਂ ਤਰ੍ਹਾਂ ਦਾ ਅੰਨ ਦਿੱਤਾ ਹੈ ਤੇ ਪਹਿਨਣ ਦੇ ਵਾਸਤੇ ਕੱਪੜਾ ਵੀ ਦਿੱਤਾ ਹੈ। ਕੱਪੜੇ ਕਿੰਨੇ ਪ੍ਰਕਾਰ ਦੇ ਨੇ, ਮੌਸਮ ਦੇ ਲਿਹਾਜ਼ ਦੇ ਨਾਲ ਅਸੀਂ ਪਾਉਂਦੇ ਹਾਂ। ਇਹ ਸਾਰੀਆਂ ਵਾਹਿਗੁਰੂ ਦੀਆਂ ਦਾਤਾਂ ਨੇ। ਰਸ ਅੰਨ ਭੋਗਾਣੀ, ਤੇ ਹੋਰ ਬੇਅੰਤ ਰਸ ਭੋਗਣ ਵਾਸਤੇ ਵਾਹਿਗੁਰੂ ਨੇ ਸਾਨੂੰ ਦਿੱਤੇ ਹਨ। ਜਿਨ ਦੀਏ ਸੋ ਚਿਤ ਨਾ ਆਵਈ, ਪਸ਼ੂ ਹਉ ਕਰ ਜਾਣੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਵ ਦੀ ਅਕਿਰਤ ਘਣਤਾ ਦੱਸਦੇ ਨੇ। ਜਿਸ ਵਾਹਿਗੁਰੂ ਨੇ ਇਹ ਸਾਰੇ ਪਦਾਰਥ ਦਿੱਤੇ ਨੇ, ਰਸ ਕਸ ਦਿੱਤੇ ਨੇ ਤੇ ਸਾਰੇ ਸੁੱਖ ਦਿੱਤੇ ਨੇ, ਉਹ ਸਾਨੂੰ ਕਦੀ ਚੇਤੇ ਵੀ ਨਹੀਂ ਆਉਂਦਾ, ਉਸ ਨੂੰ ਅਸੀਂ ਭੁੱਲੇ ਹੋਏ ਹਾਂ। ਪਸ਼ੂ ਹਉ ਕਰ ਜਾਣੇ, ਇਹ ਜਿਹੜਾ ਜੀਵ ਐਸਾ ਪਸ਼ੂ ਹੈ, ਪਸ਼ੂ ਕਹਿੰਦੇ ਨੇ ਅਚੇਤ ਅਵਸਥਾ ਨੂੰ। ਇਹ ਜਿਹੜਾ ਮਨੁੱਖ ਹੈ ਇਹ ਵੀ ਪਸ਼ੂ ਵਾਂਗੂ ਅਚੇਤ ਅਵਸਥਾ ਵਾਲਾ ਬਣ ਗਿਆ ਹੈ ਤੇ ਇਹ ਕਹਿੰਦਾ ਜੋ ਵੀ ਕੁਛ ਕੀਤਾ ਹੈ ਉਹ ਮੈਂ ਕੀਤਾ ਹੈ। ਪਸ਼ੂ ਹਉ ਕਰ ਜਾਣੀ, ਇਹ ਪਸ਼ੂ ਹਉ ਕਰਕੇ ਮੈਂ ਹੀ ਕੀਤਾ ਸਾਰਾ ਕੁਛ, ਵੀ ਸਾਰਾ ਕੁਛ ਸਰੀਰ ਵੀ ਮੇਰਾ ਹੈ, ਅੰਨ ਪਾਣੀ ਕੱਪੜਾ ਜੋ ਵੀ ਕੁਛ ਮੇਰੇ ਕੋਲ ਹੈ ਇਹ ਤੇ ਮੈਂ ਮਿਹਨਤ ਕਰਕੇ ਬਣਾਇਆ ਹੈ। ਇਹ ਵਾਹਿਗੁਰੂ ਦੇ ਪਰਉਪਕਾਰ ਨੂੰ ਭੁੱਲ ਗਿਆ ਪਸ਼ੂ। ਇਹ ਕਹਿੰਦਾ ਮੈਂ ਸਾਰਾ ਕੁਛ ਕੀਤਾ ਹੈ, ਇਹ ਮੈਂ ਕਰਕੇ ਸਭ ਕੁਛ ਜਾਣਦਾ ਹੈ। ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ। ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ। ਇਹ ਵਾਹਿਗੁਰੂ ਜੀ ਸਭ ਕੁਛ ਤੇਰਾ ਕੀਤਾ ਹੀ ਵਰਤਦਾ ਹੈ ਤੇ ਤੂੰ ਅੰਤਰਜਾਮੀ ਵੀ ਹੈ। ਅੰਤਰਜਾਮੀ ਸੰਸਕ੍ਰਿਤ ਦਾ ਸ਼ਬਦ ਹੈ ਅੰਤਰਜਾਮਨ, ਜਿਹੜਾ ਅੰਦਰੋਂ ਸਾਡੇ ਮਨ ਬੁੱਧੀ ਨੂੰ ਇੰਦਰੀਆਂ ਨੂੰ ਪ੍ਰੇਰਣਾ ਕਰੇ, ਉਹਨੂੰ ਅੰਤਰਜਾਮੀ ਕਹਿੰਦੇ ਨੇ। ਤੇ ਦੂਸਰਾ ਅੰਤਰਜਾਮੀ ਦਾ ਅਰਥ ਇਹ ਵੀ ਹੈ ਵੀ ਜਿਹੜਾ ਸਾਡੇ ਅੰਦਰ ਦੀ ਗੱਲ ਜਾਣਦਾ ਹੋਵੇ, ਉਹਨੂੰ ਵੀ ਅੰਤਰਜਾਮੀ ਕਹਿੰਦੇ ਨੇ। ਇਹ ਦੋਵੇਂ ਅਰਥ ਢੁਕਦੇ ਨੇ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਅੰਦਰ ਦਾ ਪ੍ਰੇਰਕ ਵੀ ਹੈ ਤੇ ਤੂੰ ਅੰਦਰ ਦਾ ਜਾਣੀ ਜਾਣ ਵੀ ਹੈ। ਹਮ ਜੰਤ ਵਿਚਾਰੇ ਕਿਆ ਕਰਹਿ, ਸਭ ਖੇਲ ਤੁਮ ਸੁਆਮੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਜੀਵ ਵਿਚਾਰੇ ਕੀ ਕਰ ਸਕਦੇ ਹਾਂ, ਸਾਡੇ ਤੇ ਵਸ ਵਿੱਚ ਕੁਝ ਹੈ ਹੀ ਨਹੀਂ ਹੈ। ਸਭ ਖੇਲ ਤੁਮ ਸੁਆਮੀ, ਹੈ ਸੁਆਮੀ ਮਾਲਕ ਵਾਹਿਗੁਰੂ ਜੀ ਤੇ ਸਾਰਾ ਤੁਹਾਡਾ ਹੀ ਖੇਲ ਤਮਾਸ਼ਾ ਬਣਾਇਆ ਹੋਇਆ ਹੈ। ਜਨ ਨਾਨਕ ਹਾਟ ਬਿਹਾਜਿਆ ਹਰ ਗੁਲਮ ਗੁਲਾਮੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਮਰਤਾ ਨਾਲ ਬੇਨਤੀ ਕਰ ਰਹੇ ਨੇ। ਜਨ ਨਾਨਕ ਹਾਟ ਵਿਹਾਜਿਆ, ਮੈਂ ਤੇ ਦਾਸ ਨਾਨਕ ਆਪ ਜੀ ਦੀ ਹੱਟ ਤੇ ਵਿਹਾਜਿਆ ਦਾ ਅਰਥ ਵਿਖ ਗਿਆ ਹਾਂ। ਭਾਵ ਗੁਰੂ ਦੀ ਹੱਟ ਸਾਧ ਸੰਗਤ ਤੇ ਮੈਂ ਤੇ ਵਿਖ ਗਿਆ ਹਾਂ। ਹਰ ਗੁਲਮ ਗੁਲਾਮੀ, ਮੈਂ ਤੇ ਹੁਣ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਦੇ ਦਾਸਾਂ ਦਾ ਦਾਸ ਬਣ ਕੇ ਦਿਨ ਕੱਟੀ ਕਰ ਰਿਹਾ ਹਾਂ। ਮੈਂ ਆਪਣੇ ਜੀਵਨ ਦੀ ਸਫਲਤਾ ਕਰ ਰਿਹਾ ਹਾਂ। ਗੌੜੀ ਬੈਰਾਗਣ ਮਹੱਲਾ ਚੌਥਾ। ਜਿਉ ਜਨਨੀ ਸੁਤ ਜਨ ਪਾਲਤੀ ਰਾਖੈ ਨਜ਼ਰ ਮਝਾਰ। ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਹੈ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੀ ਹੈ ਇਹ ਆਣੇ। ਹੇ ਵਾਹਿਗੁਰੂ ਜੀ, ਤੇ ਅਸੀਂ ਬੱਚੇ ਹਾਂ। ਕਿਸ ਦੇ ਬੱਚੇ ਹੋ? ਹਰ ਪ੍ਰਭ ਕੀ ਹੈ ਇਹ ਆਣੇ। ਅਸੀਂ ਵਾਹਿਗੁਰੂ ਪਰਮੇਸ਼ਰ ਦੇ ਹੀ ਬੱਚੇ ਹਾਂ, ਪਰ ਹੈ ਇਹ ਆਣੇ ਨਾਦਾਨ।
ਜਿਵੇਂ ਛੋਟੇ ਬੱਚੇ ਬੜੇ ਉਹ ਨਾਦਾਨ ਹੁੰਦੇ ਨੇ, ਭੋਲੇ ਹੁੰਦੇ ਨੇ, ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ। ਇਸੇ ਤਰ੍ਹਾਂ ਐ ਮੇਰੇ ਵਾਹਿਗੁਰੂ ਜੀ, ਅਸੀਂ ਵੀ ਤੁਹਾਡੇ ਨੰਨੇ ਮੁੰਨੇ ਤੇ ਇਆਣੇ ਨਾਦਾਨ ਬੱਚੇ ਹਾਂ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਧੰਨ ਹੈ ਸਤਿਗੁਰੂ। ਕਿਉਂਕਿ ਗੁਰ ਸਤਿਗੁਰ ਪਾਦਾ, ਜਿਹੜੇ ਪੂਜਨੀਕ ਸਤਿਗੁਰੂ ਸਨ, ਉਹ ਪਾਦੇ ਵੀ ਸਨ। ਪਾਦਾ ਉਸ ਨੂੰ ਕਹਿੰਦੇ ਨੇ ਜਿਹੜਾ ਬੱਚਿਆਂ ਨੂੰ ਤਾਲੀਮ ਦੇਵੇ, ਜਿਹੜਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇ, ਜਿਹੜਾ ਬੱਚਿਆਂ ਨੂੰ ਚੰਗੀ ਵਿਦਿਆ ਪੜ੍ਹਾਵੇ, ਉਹਨੂੰ ਪਾਦਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਵੀ ਗੁਰੂਆਂ ਦੇ ਗੁਰੂ ਸੱਚੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਨਤਾ ਯੋਗ ਨੇ। ਸਾਡੇ ਤਾਂ ਉਹੀ ਪਾਦਾ ਨੇ, ਧਾਰਮਿਕ ਟੀਚਰ ਨੇ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਉਪਦੇਸ਼ ਦੇ ਕੇ ਤੇ ਸਾਨੂੰ ਸਿਆਣੇ ਵੀ ਬਣਾ ਦਿੱਤਾ ਹੈ। ਪਹਿਲਾਂ ਅਸੀਂ ਇਆਣੇ ਬਾਲਕ ਸੀ, ਪਰ ਹੁਣ ਸਾਨੂੰ ਸਤਿਗੁਰੂ ਨੇ ਗੁਰਮਤਿ ਦੀ ਸਿੱਖਿਆ ਦੇ ਕੇ, ਗੁਰਮਤਿ ਦੀ ਵਿਦਿਆ ਪੜ੍ਹਾ ਕੇ, ਗੁਰਮਤਿ ਦਾ ਗਿਆਨ ਦੇ ਕੇ ਤੇ ਸਾਨੂੰ ਸਿਆਣੇ ਬਣਾ ਦਿੱਤਾ ਹੈ। ਇਹ ਵੀ ਸਤਿਗੁਰੂ ਦਾ ਪਰਉਪਕਾਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਤਿਗੁਰੂ ਤੇ ਗੁਰਸਿੱਖ ਦੀ ਪ੍ਰੀਤੀ ਦਾ ਬੜੇ ਸੋਹਣੇ ਢੰਗ ਦੇ ਨਾਲ ਜ਼ਿਕਰ ਕਰਦੇ ਹਨ। ਜਿਉਂ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਝਾਰ। ਜਨਨੀ ਦਾ ਅਰਥ ਹੈ ਮਾਤਾ। ਜਿਵੇਂ ਮਾਤਾ ਆਪਣੇ ਪੁੱਤਰ ਨੂੰ ਜਨਮ ਦੇ ਕੇ ਫਿਰ ਉਹਦੀ ਪਾਲਣਾ ਕਰਦੀ ਹੈ ਤੇ ਹਮੇਸ਼ਾ ਲਈ ਉਹਨੂੰ ਆਪਣੀ ਨਿਗਾਹ ਦੇ ਵਿੱਚ ਰੱਖਦੀ ਹੈ। ਅੰਤਰ ਬਾਹਰ ਮੁਖ ਦੇ ਗਿਰਾਸ, ਖਿਨ ਖਿਨ ਪੋਚਾਰ। ਮਾਤਾ ਜਦੋਂ ਕੰਮਕਾਰ ਦੇ ਲਈ ਅੰਦਰ ਵੀ ਜਾਂਦੀ ਹੈ, ਬਾਹਰ ਵੀ ਜਾਂਦੀ ਹੈ, ਮੁਖ ਦੇ ਗਰਾਸ, ਉਸ ਵੇਲੇ ਬੱਚੇ ਦੇ ਮੂੰਹ ਦੇ ਵਿੱਚ ਗਰਾਸ ਦਾ ਅਰਥ ਹੈ ਗਰਾਹੀ ਦਿੰਦੀ ਹੈ। ਜੇ ਬੱਚਾ ਛੋਟਾ ਹੈ ਉਹਨੂੰ ਦੁੱਧ ਚੁੰਘਾਉਂਦੀ ਹੈ, ਜੇ ਥੋੜ੍ਹਾ ਜਿਹਾ ਵੱਡਾ ਹੋ ਗਿਆ ਤਾਂ ਉਸ ਨੂੰ ਅੰਨ ਪਾਣੀ ਛਕਾਉਂਦੀ ਹੈ। ਜੋ ਬੱਚਿਆਂ ਦੀ ਖੁਰਾਕ ਹੈ, ਮਾਂ ਉਹ ਬਾਰ-ਬਾਰ ਬੱਚਿਆਂ ਨੂੰ ਖਵਾਉਂਦੀ ਹੈ। ਖਿਨ ਖਿਨ ਪੋਚਾਰ ਤੇ ਨਾਲ ਖਿਨ ਖਿਨ ਕਾਲ ਭਾਵ ਥੋੜ੍ਹੇ ਥੋੜ੍ਹੇ ਸਮੇਂ ਤੋਂ ਬਾਅਦ ਉਹ ਪੁਚਕਾਰਦੀ ਵੀ ਹੈ, ਲਾਡ ਵੀ ਲਡਾਉਂਦੀ ਹੈ। ਤਿਉ ਸਤਿਗੁਰ ਗੁਰ ਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਲੋ ਹਜ਼ੂਰ ਕਹਿੰਦੇ ਜਿਵੇਂ ਮਾਂ ਆਪਣੇ ਬੱਚੇ ਦੇ ਨਾਲ ਪਿਆਰ ਕਰਦੀ ਹੈ ਨਾ, ਤਿਉ ਸਤਿਗੁਰ ਗੁਰਸਿੱਖ ਰਾਖਤਾ। ਇਸੇ ਤਰ੍ਹਾਂ ਸਤਿਗੁਰੂ ਧਰਮ ਪਿਤਾ ਨੇ, ਉਹ ਗੁਰਸਿੱਖ ਦੀ ਵੀ ਉਸੇ ਤਰ੍ਹਾਂ ਹੀ ਨਜ਼ਰਸਾਨੀ ਰੱਖਦੇ ਨੇ। ਹਰ ਪ੍ਰੀਤ ਪਿਆਰ, ਵਾਹਿਗੁਰੂ ਦੀ ਪ੍ਰੀਤੀ ਵਿੱਚ ਪਿਆਰ ਲਾ ਕੇ ਅਥਵਾ ਵਾਹਿਗੁਰੂ ਦੀ ਪ੍ਰੀਤੀ ਤੇ ਪਿਆਰ ਬਖਸ਼ਿਸ਼ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਦੀ ਵੀ ਇਸੇ ਤਰ੍ਹਾਂ ਹੀ ਇਹ ਜਿਹੜੀ ਲਾਡ ਪਿਆਰ ਤੇ ਉਹਨਾਂ ਦੀ ਇਹ ਮਹਾਨ ਪਰਵਰਿਸ਼ ਦਾ ਖਿਆਲ ਰੱਖਦੇ ਹਨ। ਮੇਰੇ RAM ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਰਹਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਐ ਮੇਰੇ ਵਾਹਿਗੁਰੂ, ਐ ਮੇਰੇ ਭਰਾਵੋ, ਅਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਿਲਕੁਲ ਇਆਣੇ, ਭੋਲੇ ਭਾਲੇ, ਮਾਸੂਮ, ਸ਼ੀਰਖੋਰ ਬਾਲਕ ਹਾਂ। ਧੰਨ ਹੈ ਸਤਿਗੁਰੂ, ਜੋ ਗੁਰੂਆਂ ਦੇ ਮਹਾਨ ਸਤਿਗੁਰੂ ਨੇ, ਉਹੀ ਸਾਡੇ ਪਾਦਾ ਧਾਰਮਿਕ ਟੀਚਰ ਬਣੇ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਜਪਣ ਦਾ, ਸਿਮਰਨ ਦਾ ਉਪਦੇਸ਼ ਦੇ ਕੇ ਤੇ ਸਾਨੂੰ ਸਿਆਣੇ ਬਣਾਇਆ ਹੈ, ਹਰ ਤਰ੍ਹਾਂ ਦੇ ਨਾਲ ਯੋਗ ਬਣਾਇਆ ਹੈ। ਇਹ ਸਾਰਾ ਸਤਿਗੁਰੂ ਦਾ ਮਹਾਨ ਪਰਉਪਕਾਰ ਹੈ। ਜੈਸੀ ਗਗਨ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਲੋ ਸਤਿਗੁਰੂ ਕਿਵੇਂ ਗੁਰਸਿੱਖਾਂ ਦੇ ਨਾਲ ਪਿਆਰ ਦਾ ਨੇਮ ਨਿਭਾਉਂਦੇ ਹਨ। ਹਜ਼ੂਰ ਕਹਿੰਦੇ ਜੈਸੇ ਗਗਨ ਫਿਰੰਤੀ ਊਡਤੀ, ਜਿਵੇਂ ਗਗਨ ਆਕਾਸ਼ ਦੇ ਵਿੱਚ, ਫਿਰੰਤੀ ਦਾ ਅਰਥ ਹੈ ਫਿਰਨ ਵਾਲੀ, ਕੌਣ ਹੈ ਕੂੰਜ, ਉਹ ਆਕਾਸ਼ ਦੇ ਵਿੱਚ ਉੱਡਦੀ ਹੈ। ਕਪਰੇ ਬਾਗੇ ਵਾਲੀ, ਉਹਦੇ ਬਾਗੇ ਦਾ ਅਰਥ ਹੈ ਚਿੱਟੇ ਕੱਪੜੇ ਵੀ ਪਾਏ ਹੁੰਦੇ ਨੇ, ਚਿੱਟੇ ਕੱਪੜਿਆਂ ਵਾਲੀ ਹੁੰਦੀ ਹੈ। ਕੂੰਜ ਦੇ ਜਿਹੜੇ ਖੰਭ ਨੇ ਚਿੱਟੇ ਹੁੰਦੇ ਨੇ, ਉਹਨਾਂ ਨੂੰ ਕਪਰੇ ਬਾਗੇ, ਚਿੱਟੇ ਕੱਪੜੇ ਲਿਖੇ ਨੇ। ਹਜ਼ੂਰ ਕਹਿੰਦੇ ਨੇ ਜਿਵੇਂ ਆਕਾਸ਼ ਦੇ ਵਿੱਚ ਫਿਰਨ ਵਾਲੀ ਕੂੰਜ ਤੇ ਉਹ ਆਕਾਸ਼ ਦੇ ਵਿੱਚ ਉੱਡਦੀ ਹੈ, ਤੇ ਕਪਰੇ ਬਾਗੇ ਵਾਲੀ, ਉਸਦੇ ਜਿਹੜੇ ਖੰਭ ਨੇ ਉਹਦੇ ਕੱਪੜੇ ਨੇ ਚਿੱਟੇ ਰੰਗ ਵਾਲੇ ਪਹਿਨੇ ਹੁੰਦੇ ਹਨ। ਉਹ ਰਾਖੈ ਚੀਤ ਪੀਛੈ ਵਿੱਚ ਬਚਰੇ, ਨਿਤ ਹਿਰਦੈ ਸਾਰ ਸੰਭਾਲੇ। ਉਹ ਜਿਹੜੀ ਕੂੰਜ ਹੈ ਭਾਵੇਂ ਇੱਕ ਪੰਛੀ ਹੈ,
ਉਹ ਰਾਖੈ ਚੀਜ਼ ਪਿੱਛੇ ਵਿੱਚ ਬਚਰੇ, ਉਹ ਆਪਣੇ ਚਿੱਤ ਨੂੰ ਪਿੱਛੇ ਬੱਚਿਆਂ ਦੇ ਵਿੱਚ ਰੱਖਦੀ ਹੈ। ਕੂੰਜ ਜਦੋਂ ਪਹਿਲਾਂ ਪਹਾੜੀ ਇਲਾਕਿਆਂ ਵਿੱਚ ਰਹਿੰਦੀ ਹੈ ਤੇ ਜਦੋਂ ਉੱਥੇ ਬਰਫ਼ ਪੈਂਦੀ ਹੈ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਇੱਧਰ ਆ ਜਾਂਦੀ ਹੈ, ਕਿਉਂਕਿ ਬੱਚੇ ਛੋਟੇ ਹੁੰਦੇ ਨੇ, ਉਹ ਬੱਚਿਆਂ ਨੂੰ ਨਾਲ ਨਹੀਂ ਲਿਆ ਸਕਦੀ। ਪਰ ਆਪਣਾ ਚਿੱਤ ਉਹਨਾਂ ਬੱਚਿਆਂ ਦੇ ਵਿੱਚ ਹੀ ਜੋੜੀ ਰੱਖਦੀ ਹੈ। ਨਿਤ ਹਿਰਦੈ ਸਾਰ ਸੰਭਾਲੀ, ਤੇ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਉਹਨਾਂ ਦੀ ਖਬਰ ਸਾਰ ਲੈਂਦੀ ਹੈ। ਭਾਵ ਕੂੰਜ ਹਰ ਵੇਲੇ ਉਹਨਾਂ ਬੱਚਿਆਂ ਦਾ ਸਿਮਰਨ ਕਰਦੀ ਹੈ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰਸਿੱਖ ਰੱਖੈ ਜੀ ਨਾਲੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਇਸੇ ਤਰ੍ਹਾਂ ਵੀ ਸਤਿਗੁਰੂ ਸਿੱਖ ਦੀ ਪ੍ਰੀਤੀ ਨੂੰ ਕਾਇਮ ਰੱਖਦੇ ਨੇ। ਜਿਵੇਂ ਕੂੰਜ ਆਪਣੇ ਬੱਚਿਆਂ ਦੀ ਹਮੇਸ਼ਾ ਲਈ ਖਬਰਸਾਰ ਲੈਂਦੀ ਹੈ, ਉਹਨਾਂ ਦਾ ਸਿਮਰਨ ਕਰਦੀ, ਉਹਨਾਂ ਨੂੰ ਚੇਤੇ ਰੱਖਦੀ ਹੈ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਇਸੇ ਤਰ੍ਹਾਂ ਸਤਿਗੁਰੂ ਸਿੱਖ ਦੀ ਪ੍ਰੀਤੀ ਨੂੰ ਜਾਣਦੇ ਨੇ, ਉਹਦੀ ਕਦਰ ਕਰਦੇ ਨੇ, ਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਦੇ ਕੇ ਗੁਰਸਿੱਖ ਨੂੰ, ਗੁਰਸਿੱਖ ਰੱਖਿਆ ਜੀਅ ਨਾਲੀ, ਗੁਰਸਿੱਖ ਨੂੰ ਸਤਿਗੁਰੂ ਆਪਣੇ ਜੀ ਨਾਲ, ਆਪਣੀ ਜਿੰਦ ਜਾਨ, ਆਪਣੇ ਪ੍ਰਾਣਾਂ ਦੇ ਨਾਲ ਤੇ ਆਪਣੇ ਸੀਨੇ ਨਾਲ ਲਾਈ ਰੱਖਦੇ ਹਨ। ਜੈਸੇ ਕਾਤੀ 30 32 ਹੈ, ਵਿੱਚ ਰਾਖੈ ਰਸਨਾ ਮਾਸ ਰਤ ਕੇਰੀ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਹੋਰ ਬੜੀ ਸੁੰਦਰ ਉਦਾਹਰਣ ਦਿੰਦੇ ਨੇ ਵੀ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਿਵੇਂ ਕਰਦਾ ਹੈ। ਜੈਸੇ ਕਾਤੀ 30 32 ਹੈ, ਇੱਥੇ ਪਹਿਲਾ ਵਿਸਰਾਮ ਹੈ। ਜਿਵੇਂ ਕਾਤੀ ਦਾ ਅਰਥ ਹੈ ਕੈਂਚੀ, 30 32 ਗਿਣਤੀਵਾਚਕ ਸ਼ਬਦ ਨੇ। 30 ਤੇ 32 ਦੰਦਾਂ ਦੀ ਇਹ ਕੈਂਚੀ ਹੁੰਦੀ ਹੈ, ਤੇ ਵਿੱਚ ਰਾਖੈ ਰਸਨਾ ਮਾਸ ਰਤ ਕੇਰੀ। ਆਹ ਦੇਖ ਲਓ ਜਿਹੜੇ ਦੋ ਦੰਦ ਨੇ ਸਾਡੇ ਜਬਾੜੇ ਨੇ, 30 ਜਾਂ 32 ਦੰਦ ਹਰ ਮਨੁੱਖ ਦੇ ਹੁੰਦੇ ਨੇ, ਔਰ ਇਹ ਮਾਨੋ ਕੈਂਚੀ ਵਾਂਗੂ ਕੱਟਦੇ ਨੇ। ਪਰ ਇਸ ਦੰਦਾਂ ਦੇ ਵਿੱਚ, ਇਸ ਕੈਂਚੀ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੇ ਮਾਸ ਤੇ ਰਤ ਲਹੂ ਦੀ ਬਣੀ ਹੋਈ ਰਸਨਾ ਨੂੰ ਕਿਵੇਂ ਹਮੇਸ਼ਾ ਲਈ ਸੁਰੱਖਿਅਤ ਰੱਖਿਆ ਹੋਇਆ ਹੈ। ਇਹ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਕ੍ਰਿਸ਼ਮਾ ਹੀ ਹੈ। ਤੇ ਦੰਦ ਕੋਈ ਵੀ ਚੀਜ਼ ਹੈ ਤੇ ਉਸ ਨੂੰ ਵੇਖ ਲਓ ਕਿਵੇਂ ਕੱਟਦੇ ਨੇ ਕੈਂਚੀ ਵਾਂਗੂ। ਤੇ ਫਿਰ ਉਹ ਜਿਹੜੀ ਕੋਈ ਵੀ ਵਸਤੂ ਆਪਾਂ ਛਕਦੇ ਹਾਂ, ਕੋਈ ਪਦਾਰਥ ਖਾਂਦੇ ਹਾਂ, ਦੰਦਾਂ ਦੇ ਨਾਲ ਚਿੱਥ ਕੇ ਫਿਰ ਉਹਨੂੰ ਅੰਦਰ ਲੰਘਾਉਂਦੇ ਹਾਂ। ਤੇ ਸਾਡੀ ਰਸਨਾ ਉਹਨਾਂ ਦੰਦਾਂ ਦੀ ਕੈਂਚੀ ਵਿੱਚ ਹੀ ਹਮੇਸ਼ਾ ਲਈ ਉਹ ਰਹਿੰਦੀ ਹੈ। ਤੇ ਪਰ ਵੇਖ ਲਓ ਉਹਦਾ ਪੂਰਾ ਵੀ ਨੁਕਸਾਨ ਨਹੀਂ ਹੁੰਦਾ। ਕੋਈ ਜਾਣਹੁ ਮਾਸ ਕਾਤੀ ਕੈ ਕਿਛ ਹਾਥ ਹੈ, ਸਭ ਵਸਗਤ ਹੈ ਹਰ ਕੇਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਮਤਾ ਇਸ ਗੱਲ ਨੂੰ ਜਾਣਿਓ ਵੀ ਮਾਸ ਜ਼ੁਬਾਨ ਦੇ ਤੇ ਕਾਤੀ ਜਿਹੜੀ ਇਹ ਦੰਦਾਂ ਦੀ ਕੈਂਚੀ, ਇਹਨਾਂ ਦੇ ਕੁਛ ਹੱਥ ਵਸ ਹੈ। ਨਾ ਜ਼ੁਬਾਨ ਦੇ ਵਸ ਵਿੱਚ ਹੈ ਤੇ ਨਾ ਹੀ ਇਹਨਾਂ ਦੰਦਾਂ ਦੇ ਵਸ ਵਿੱਚ ਕੁਝ ਹੈ। ਹਜ਼ੂਰ ਕਹਿੰਦੇ ਸਭ ਵਸਗਤ ਹੈ ਹਰ ਕੇਰੀ। ਅਸਲੀ ਤੇ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਹੈ। ਜਿਵੇਂ ਵਾਹਿਗੁਰੂ ਪਰਮੇਸ਼ਰ ਦੰਦਾਂ ਦੇ ਵਿੱਚ ਸਾਡੀ ਜੀਭ ਦੀ ਰੱਖਿਆ ਕਰਦਾ ਹੈ, ਇਹ ਵਾਹਿਗੁਰੂ ਦੀ ਆਪਣੀ ਮੌਜ ਹੈ ਨਾ। ਨਹੀਂ ਤੇ ਦੰਦ ਜਦੋਂ ਮਰਜ਼ੀ ਜ਼ੁਬਾਨ ਨੂੰ ਕੱਟ ਵੀ ਸਕਦੇ ਨੇ। ਕਈ ਵਾਰੀ ਅਚਾਨਕ ਦੰਦੀ ਵੱਢੀ ਜਾਂਦੀ, ਕਿੰਨੀ ਤਕਲੀਫ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਨੇ, ਆਹ ਦੇਖ ਲਓ 30 32 ਦੰਦਾਂ ਦੀ ਜਿਹੜੀ ਕੈਂਚੀ ਹੈ, ਸਾਡੇ ਦੰਦ ਜੁਬਾੜੇ ਨੇ, ਇਹਨਾਂ ਦੇ ਵਿੱਚ ਵਾਹਿਗੁਰੂ ਸਾਡੀ ਜ਼ੁਬਾਨ ਨੂੰ, ਜਿਹੜੀ ਲਹੂ ਤੇ ਮਾਸ ਦੀ ਹੀ ਬਣੀ ਹੁੰਦੀ ਹੈ, ਤੇ ਉਹਨੂੰ ਹਰ ਵੇਲੇ ਸੁਰੱਖਿਅਤ ਰੱਖਦਾ ਹੈ। ਤੇ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਖੇਡ ਹੈ। ਤਿਉ ਸੰਤ ਜਨਾਂ ਕੀ ਨਰ ਨਿੰਦਾ ਕਰਹਿ, ਹਰ ਰਾਖੈ ਪੈਜ ਜਨ ਕੇਰੀ। ਹਜ਼ੂਰ ਕਹਿੰਦੇ ਨੇ, ਇਸੇ ਤਰ੍ਹਾਂ ਜਿਹੜੇ ਨਿੰਦਕ ਲੋਕ ਨੇ, ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ ਤੇ ਨਾਲ ਉਹਨਾਂ ਤੇ ਅਟੈਕ ਵੀ ਕਰਦੇ ਨੇ, ਉਹਨਾਂ ਤੇ ਹਮਲਾ ਵੀ ਕਰਦੇ ਨੇ, ਪਰ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਜਨਾਂ ਦੀ ਪੈਜ ਇੱਜ਼ਤ ਨੂੰ, ਉਹਨਾਂ ਦੀ ਵਡਿਆਈ ਨੂੰ ਆਪ ਰੱਖਦਾ ਹੈ। ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸੰਤ ਨੇ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਕਲਗੀਧਰ ਪਾਤਸ਼ਾਹ ਨੇ ਵੀ ਇਹ ਦ੍ਰਿਸ਼ਟਾਂਤ ਦਿੱਤਾ ਹੈ। ਸਤਿਗੁਰੂ ਕਹਿੰਦੇ ਨੇ, ਦੰਤ ਜੀਭ ਜਿਉਂ ਰਾਖ ਹੈ, ਦੁਸ਼ਟ ਅਰਿਸ਼ਟ ਸੰਘਾਰ। ਉਹ ਵਾਹਿਗੁਰੂ ਜਿਵੇਂ ਸਾਡੀ ਜੀਭ ਦੀ ਦੰਦਾਂ ਵਿੱਚ ਰੱਖਿਆ ਕਰਦਾ ਹੈ,
ਇਸੇ ਤਰ੍ਹਾਂ ਆਪਣੇ ਭਗਤਾਂ ਦੀ, ਸੰਤਾਂ ਦੀ, ਦਾਸਾਂ ਦੀ ਰੱਖਿਆ ਕਰਦਾ ਹੈ। ਦੁਸ਼ਟਾਂ ਨੂੰ ਤੇ ਜਿਹੜੇ ਰਿਸ਼ਟ ਉਪਦਰਵੀ ਨੇ ਉਹਨਾਂ ਨੂੰ ਮਾਰ ਕੇ ਆਪਣੇ ਸੰਤਾਂ ਦੀ ਹਮੇਸ਼ਾ ਲਈ ਰੱਖਿਆ ਕਰਦਾ ਹੈ। ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥ ਹੈ, ਸਭ ਕਰੇ ਕਰਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵੇਖ ਲਓ ਕਿੰਨਾ ਸੁੰਦਰ ਉਪਦੇਸ਼ ਦਿੰਦੇ ਨੇ। ਬੰਦੇ ਦਾ ਮਨ ਕਈ ਵਾਰੀ ਡੋਲ ਜਾਂਦਾ ਹੈ ਜਦੋਂ ਕੋਈ ਕਿਸੇ ਪਾਸਿਓਂ ਕੋਈ ਬਿਮਾਰੀ ਹਮਲਾ ਕਰਦੀ ਹੈ, ਕੋਈ ਦੁੱਖ ਦੁਸ਼ਮਣ ਹਮਲਾ ਕਰਦੇ ਨੇ, ਬੰਦੇ ਦਾ ਮਨ ਡੋਲ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਤੇ ਅਟਲ ਭਰੋਸਾ ਰੱਖੋ। ਮਾਈ ਮਤ ਕੋਈ ਜਾਣੋ, ਭਾਈ ਮਤ ਕੋਈ ਜਾਣੋ ਕਿਸੀ ਕੈ ਕਿਛੁ ਹਾਥ ਹੈ। ਹੇ ਭਾਈ ਮਤ ਕੋਈ ਇਸ ਗੱਲ ਨੂੰ ਜਾਣੋ ਵੀ ਕਿਸੇ ਦੇ ਕੁਝ ਹੱਥ ਵਸ ਹੈ, ਕਿਸੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਸਭ ਕਰੇ ਕਰਾਇਆ। ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਦਾ ਕਰਾਇਆ ਹੀ ਕਰਦੇ ਹਨ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰਿ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਰਾ ਦਾ ਅਰਥ ਹੈ ਬੁਢੇਪਾ ਤੇ ਮਰਾ ਦਾ ਅਰਥ ਹੈ ਮੌਤ। ਤਾਪ ਦਾ ਅਰਥ ਹੈ ਬੁਖਾਰ ਤੇ ਸਿਰ ਦਾ ਅਰਥ ਹੈ ਜਿਹੜਾ ਸਿਰ ਪੀੜ ਹੋਣਾ। ਇਹ ਵੀ ਇੱਕ ਬਿਮਾਰੀ ਹੈ ਨਾ। ਕਈ ਵਾਰੀ ਡਾਕਟਰਾਂ ਤੋਂ ਵੀ ਦਵਾਈਆਂ ਲਈ ਜਾਂਦੇ ਆ, ਸਿਰ ਦੁਖਣੋਂ ਨਹੀਂ ਹਟਦਾ। ਤੇ ਸਾਪ ਦਾ ਅਰਥ ਹੈ ਕੋਈ ਸਰਾਪ ਕਿਸੇ ਦਾ ਲੱਗ ਜਾਣਾ। ਜਦੋਂ ਕਿਸੇ ਤੇ ਕੋਈ ਨਾ ਕੋਈ ਮੁਸੀਬਤ ਪੈ ਜਾਂਦੀ ਹੈ ਉਹ ਕਹਿੰਦੇ ਪਤਾ ਨਹੀਂ ਮੈਨੂੰ ਕਿਸੇ ਦਾ ਸਰਾਪ ਹੀ ਲੱਗਿਆ। ਇਹ ਵੀ ਵਹਿਮ ਲੋਕਾਂ ਦੇ ਮਨ ਦੇ ਵਿੱਚ ਹੁੰਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਦੁਨੀਆ ਦੀ ਕੋਈ ਵੀ ਬਿਮਾਰੀ ਹੈ, ਕੋਈ ਵੀ ਮੁਸੀਬਤ ਹੈ, ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਮੁਸ਼ਕਲ ਹੈ, ਚਾਹੇ ਬੁਢੇਪਾ ਹੈ, ਚਾਹੇ ਮੌਤ ਹੈ, ਚਾਹੇ ਬੁਖਾਰ ਹੈ, ਚਾਹੇ ਸਿਰ ਪੀੜ ਹੈ, ਚਾਹੇ ਕੋਈ ਸਰਾਪ ਹੈ ਜਾਂ ਸਾਪਦਾਰ ਸੱਪ ਆਦਿਕ ਦਾ ਡੰਗ ਵੱਜਣਾ ਵੀ ਕਹਿੰਦੇ ਨੇ, ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਾਸੀ ਹੈ। ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ। ਕੋਈ ਵਾਹਿਗੁਰੂ ਪਰਮੇਸ਼ਰ ਦੇ ਲਾਏ ਤੋਂ ਬਿਨਾਂ ਕੋਈ ਵੀ ਸਾਨੂੰ ਲੱਗ ਨਹੀਂ ਸਕਦਾ। ਨਾ ਬਿਮਾਰੀ, ਨਾ ਬੁਢੇਪਾ, ਨਾ ਮੌਤ, ਨਾ ਸਰਾਪ, ਨਾ ਤਾਪ, ਨਾ ਹੀ ਕੋਈ ਹੋਰ ਕੋਈ ਬਿਮਾਰੀ ਸਾਡੇ ਤੇ ਅਸਰ ਕਰ ਸਕਦੀ ਹੈ। ਜੋ ਵੀ ਕੋਈ ਦੁੱਖ ਸੁੱਖ ਆਉਂਦਾ ਹੈ ਉਹ ਵਾਹਿਗੁਰੂ ਦੇ ਭਾਣੇ ਵਿੱਚ ਹੀ ਆਉਂਦਾ ਹੈ। ਐਸਾ ਹਰ ਨਾਮ ਮਨ ਚਿਤ ਨਿਤ ਧਿਆਵਹੁ, ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਐਸਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਲੋਕ ਤੇ ਪ੍ਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲਾ ਹੈ। ਤੇ ਤੁਸੀਂ ਹਮੇਸ਼ਾ ਲਈ ਆਪਣੇ ਮਨ ਚਿੱਤ ਵਿੱਚ ਉਸ ਨੂੰ ਧਿਆਓ। ਕੇਵਲ ਰਸਨਾ ਤੋਂ ਹੀ ਨਾ ਜਪੋ ਬਲਕਿ ਮਨ ਚਿੱਤ ਵਿੱਚ ਵੀ ਉਹਦਾ ਸਿਮਰਨ ਕਰੋ। ਉਹ ਕੈਸਾ ਹੈ? ਜਨ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਜੋ ਅੰਤੀ ਅਵਸਰ ਲੈ ਛਡਾਇਆ। ਜੋ ਵਾਹਿਗੁਰੂ ਦਾ ਨਾਮ ਆਂਦੇ ਅਵਸਰ ਸਮੇਂ, ਭਾਵ ਜਦੋਂ ਅੰਨ ਦਾ ਸਮਾਂ ਆਉਂਦਾ ਹੈ ਉਸ ਵੇਲੇ ਸਾਨੂੰ ਜਮਾਂ ਤੋਂ ਵੀ ਛਡਾ ਲੈਂਦਾ। ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਹਰ ਵੇਲੇ ਉਹਦਾ ਸਿਮਰਨ ਕਰੋ, ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹੋ, ਹਰ ਵੇਲੇ ਤੁਹਾਡੇ ਮਨ ਦੇ ਵਿੱਚ ਵਾਹਿਗੁਰੂ ਦਾ ਚਿੰਤਨ ਹੋਵੇ। ਉਹ ਚਿੰਤਨ ਤੁਹਾਨੂੰ ਆਉਂਦੇ ਸਮੇਂ ਜਮਾਂ ਤੋਂ ਵੀ ਛਡਾ ਲਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਜੇ ਇਸ ਬਾਣੀ ਨੂੰ ਸੁਣ ਕੇ ਮਨ ਵਿੱਚ ਵਸਾ ਲਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ ਤੇ ਸਾਡੇ ਸਾਰੇ ਵਹਿਮ ਭਰਮ ਦੁੱਖ ਦੂਰ ਹੋ ਸਕਦੇ ਨੇ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਸੁਣ ਉਪਦੇਸ਼ ਹਿਰਦੈ ਵਸਾਵਹੁ। ਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ। ਤੇ ਜਦੋਂ ਹਿਰਦੇ ਵਿੱਚ ਵਸ ਜਾਵੇ, ਮਨ ਇੱਛੇ ਨਾਨਕ ਫਲ ਪਾਵੋ, ਫਿਰ ਮਨ ਇੱਛੇ ਸਾਰੇ ਫਲ ਸਾਨੂੰ ਪ੍ਰਾਪਤ ਹੋ ਸਕਦੇ ਨੇ। ਸਤਿਗੁਰੂ ਮਿਹਰ ਕਰਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰਿ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ। ਐਸਾ ਹਰ ਨਾਮ ਮਨ ਚਿਤ ਨਿਤ ਧਿਆਵਹੁ, ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।